Hello students, in this video we are going to discuss tools of structure analysis. In last video we discussed information gathering tool. After collecting the information we go for the next phase, and the next phase is design. There are different type of structure analysis tool. First of all, structure analysis ਹੁੰਦਾ ਕੀ ਹੈ? ਜਦੋਂ ਕੋਈ ਵੀ ਇਨਫੋਰਮੇਸ਼ਨ ਆਪਾਂ ਕਲੈਕਟ ਕਰ ਲੈਂਦੇ ਹਾਂ ਤੇ ਉਹਦਾ ਜਿਹੜਾ ਨੈਕਸਟ ਫੇਜ਼ ਹੁੰਦਾ ਹੈ ਕਿ ਉਹ ਜਿਹੜੀ ਰਿਕੁਆਇਰਮੈਂਟ ਆਪਾਂ ਕਲੈਕਟ ਕੀਤੀ ਆ ਉਹਦੇ ਵਿੱਚ ਜਿਹੜੇ ਆਬਜੈਕਟਿਵਸ ਨੇ ਉਹਨਾਂ ਨੂੰ ਅਚੀਵ ਕਰਨ ਵਾਸਤੇ, ਉਹਨਾਂ ਗੋਲਸ ਨੂੰ ਅਚੀਵ ਕਰਨ ਵਾਸਤੇ ਆਪਾਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਸਿਸਟਮ ਦਾ ਫਲੋ ਰੱਖਾਂਗੇ, ਕਿਸ ਤਰ੍ਹਾਂ ਦਾ ਜਿਹੜਾ ਆਪਣੇ ਆਪਰੇਸ਼ਨਸ ਦਾ ਫਲੋ ਹੋਏਗਾ, ਉਸੇ ਨੂੰ ਬੋਲਦੇ ਹੈ ਕਿ ਜਿਹੜੇ ਆਪਣੇ ਸਿਸਟਮ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੋਏਗਾ, ਉਸੇ ਟੈਕਨੀਕ ਨੂੰ ਬੋਲਦੇ ਹੈ ਸਟਰਕਚਰ ਐਨਾਲਿਸਿਸ। ਇਹਦੇ ਵਿੱਚ ਡਿਫਰੈਂਟ ਟਾਈਪ ਆਫ ਗ੍ਰਾਫਿਕਲ ਟੂਲਸ ਯੂਜ਼ ਕੀਤੇ ਜਾਂਦੇ ਆ, ਟੈਕਨੀਕਸ ਯੂਜ਼ ਕੀਤੀ ਜਾਂਦੀਆਂ ਨੇ, ਜਿਹਦਾ ਨਾਲ ਆਪਾਂ ਐਨਾਲਾਈਜ਼ ਕਰਦੇ ਹਾਂ ਕਿ ਜਿਹੜਾ ਸਿਸਟਮ ਆਪਾਂ ਡਿਜ਼ਾਈਨ ਕੀਤਾ ਹੈ ਉਹ ਯੂਜ਼ਰ ਦੀ ਅੰਡਰਸਟੈਂਡੇਬਲ ਫਾਰਮ ਦੇ ਵਿੱਚ ਹੋਵੇ, ਯੂਜ਼ਰ ਉਹਨੂੰ ਈਜ਼ੀਲੀ ਅੰਡਰਸਟੈਂਡ ਕਰ ਸਕਦਾ ਹੋਵੇ। ਸਟਰਕਚਰ ਐਨਾਲਿਸਿਸ ਟੂਲ ਆਪਾਂ ਕਿਉਂ ਯੂਜ਼ ਕਰਦੇ ਹਾਂ? ਜਦੋਂ ਆਪਾਂ ਰਿਕੁਆਇਰਮੈਂਟ ਕਲੈਕਟ ਕਰਦੇ ਹਾਂ, ਜੋ ਆਪਣੇ ਯੂਜ਼ਰ ਦੀਆਂ ਜਿਹੜੀਆਂ ਆਬਜੈਕਟਿਵਸ ਹੁੰਦੀਆਂ ਉਹਨਾਂ ਨੂੰ ਰਾਈਟ ਕਰਦੇ ਹਾਂ ਤਾਂ ਜਨਰਲ ਇੰਗਲਿਸ਼ ਦੇ ਵਿੱਚ ਲਿਖੇ ਹੁੰਦੇ ਆ, ਉਹਨਾਂ ਨੂੰ ਵਾਰੀ ਰੀਡ ਕਰਨਾ ਅਤੇ ਉਹਨੂੰ ਪ੍ਰੋਪਰਲੀ ਅੰਡਰਸਟੈਂਡ ਕਰਨਾ ਡਿਫਿਕਲਟ ਟਾਸਕ ਹੁੰਦਾ। ਅਤੇ ਉਸ ਲਈ ਆਪਾਂ ਜਿਹੜਾ ਯੂਜ਼ਰ ਨਾਲ ਜਿੰਨੀ ਵੀ ਕਮਿਊਨੀਕੇਸ਼ਨ ਕੀਤੀ ਹੈ ਉਹਨੂੰ ਗ੍ਰਾਫਿਕਲ ਵੇ ਦੇ ਨਾਲ ਰਿਪਰਜੈਂਟ ਕਰ ਸਕਦੇ ਹਾਂ, ਤਾਂ ਕਿ ਜਿਹੜਾ ਯੂਜ਼ਰ ਨੂੰ ਹਰ ਇੱਕ ਚੀਜ਼ ਹੈ ਟੈਕਨੀਕਲ ਫਾਰਮ ਦੇ ਵਿੱਚ ਸਮਝ ਆ ਸਕੇ। ਇੱਕ ਲੌਜੀਕਲ ਅਤੇ ਫਿਜ਼ੀਕਲ ਸਿਸਟਮ, ਇਹਨਾਂ ਦੋਨਾਂ ਦੇ ਵਿੱਚ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਕਿ ਕਿੱਥੇ ਆਪਾਂ ਲੌਜਿਕ ਲਾਇਆ ਹੈ, ਕਿਹੜਾ ਆਪਣਾ ਫਿਜ਼ੀਕਲ ਇਨਵਾਇਰਮੈਂਟ ਹੋਏਗਾ। ਫੋਰ ਐਗਜ਼ਾਮਪਲ, ਜਦੋਂ ਆਪਾਂ ਫਲੋ ਚਾਰਟ ਬਣਾਉਂਦੇ ਹਾਂ ਤਾਂ ਸਟਾਰਟ ਐਂਡ ਜਿਹੜਾ ਸਟਾਪ ਬਟਨਸ ਹੁੰਦੇ ਆ ਉਹ ਆਪਣੇ ਓਵਲ ਸ਼ੇਪ ਦੇ ਹੁੰਦੇ ਆ, ਜਿੱਥੇ ਆਪਣੀ ਪ੍ਰੋਸੈਸਿੰਗ ਹੁੰਦੀ ਹੈ ਸ਼ੇਅਰ ਰੈਕਟੈਂਗਲ ਬਾਕਸ ਹੁੰਦਾ, ਅਤੇ ਜਿੱਥੇ ਆਪਣੀ ਇਨਪੁਟ ਆਊਟਪੁੱਟ ਡਿਸਪਲੇ ਹੁੰਦੇ ਆ ਉਹ ਆਪਣਾ ਸਿੰਪਲ ਰੈਕਟੈਂਗਲ ਬਾਕਸ ਹੁੰਦਾ। ਤਾਂ ਇਹਦੇ ਨਾਲ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਵੀ ਆਪਣੇ ਇਨਵਾਇਰਮੈਂਟ ਜਿਹੜਾ ਆਪਾਂ ਸਿਸਟਮ ਡਿਜ਼ਾਈਨ ਕਰ ਰਹੇ ਹਾਂ ਉਹਦੇ ਵਿੱਚ ਐਕਸ਼ਨ ਕਿੱਥੇ ਪਰਫੋਰਮ ਹੋ ਰਿਹਾ ਅਤੇ ਇਨਪੁਟ ਆਊਟਪੁੱਟ ਜਿਹੜੀਆਂ ਟ੍ਰਾਂਜੈਕਸ਼ਨਸ ਆ ਉੱਥੇ ਕਿੱਥੇ ਹੋ ਰਹੀਆਂ ਨੇ। ਅਤੇ ਜਦੋਂ ਡਾਟਾਬੇਸ ਦਾ ਵੀ ਆਪਾਂ ਸੈਟਿੰਗ ਕਰਦੇ ਹਾਂ ਤਾਂ ਜਿਹੜੇ ਡਾਟਾਬੇਸਿਸ ਹੁੰਦੇ ਉਹ ਡਿਫਰੈਂਟ ਜਿਹੜੇ ਟੂਲ ਹੈ ਜਾਂ ਆਪਾਂ ਬੋਲ ਸਕਦੇ ਸਿੰਬਲ ਦੇ ਨਾਲ ਸ਼ੋਅ ਕੀਤੇ ਜਾਂਦੇ ਆ, ਅਤੇ ਇਹਦੇ ਨਾਲ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਈਜ਼ੀ ਹੋ ਜਾਂਦਾ ਹੈ ਕਿ ਵਿਚ ਵਨ ਇਜ਼ ਦਾ ਲੌਜੀਕਲ ਵਿਊ, ਵਿਚ ਵਨ ਇਜ਼ ਦਾ ਫਿਜ਼ੀਕਲ ਵਿਊ। ਇੱਕ ਸਿਸਟਮ ਨੂੰ ਲੌਜੀਕਲ ਵੇ ਦੇ ਨਾਲ ਆਪਾਂ ਉਹਦਾ ਮਾਡਲ ਡਿਜ਼ਾਈਨ ਕਰ ਲੈਂਦੇ ਹਾਂ ਕਿ ਇੰਪਲੀਮੈਂਟੇਸ਼ਨ ਤੋਂ ਪਹਿਲਾਂ ਹੀ ਆਪਾਂ ਨੂੰ ਉਹਦੇ ਤੋਂ ਜ਼ਿਆਦਾ ਆਈਡੀਆ ਹੋ ਜਾਂਦਾ ਹੈ ਕਿ ਕਿਹੜਾ ਮੋਡਿਊਲ ਕਿਸ ਦੇ ਨਾਲ ਰਿਲੇਟਡ ਹੈ ਅਤੇ ਸਿਸਟਮ ਦੀਆਂ ਜਿਹੜੀਆਂ ਕਰੈਕਟਰਿਸਟਿਕਸ ਨੇ ਉਹ ਕੀ ਨੇ। ਇਸੇ ਰੀਜ਼ਨਸ ਕਰਕੇ ਆਪਾਂ ਸਿਸਟਮ ਡਿਜ਼ਾਈਨ ਬਣਾਉਂਦੇ ਹਾਂ। ਡਿਜ਼ਾਈਨ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਹੈ ਡਾਟਾ ਫਲੋ ਡਾਇਗਰਾਮ। ਡਾਟਾ ਫਲੋ ਡਾਇਗਰਾਮ ਦੇ ਵਿੱਚ ਲੈਰੀ ਨੇ ਇਹਨਾਂ ਨੂੰ ਡਿਜ਼ਾਈਨ ਕੀਤਾ ਸੀ। ਰੀਜ਼ਨ ਕੀ ਸੀਗਾ ਕਿ ਜਦੋਂ ਰਿਕੁਆਇਰਮੈਂਟ ਆਪਾਂ ਸਿੰਪਲ ਇੰਗਲਿਸ਼ ਵੇ ਦੇ ਵਿੱਚ ਲਿਖਦੇ ਹਾਂ ਤਾਂ ਈਜ਼ੀ ਨਹੀਂ ਹੁੰਦੀਆਂ ਅੰਡਰਸਟੈਂਡ ਕਰਨੀਆਂ, ਡਿਫਿਕਲਟ ਟਾਸਕ ਹੁੰਦਾ ਹੈ। ਹਰ ਬੰਦੇ ਕੋਲ ਡਿਫਰੈਂਟ ਵੋਕੈਬਲਰੀ ਹੁੰਦੀ ਹੈ ਅਤੇ ਹਰ ਪਰਸਨ ਦਾ ਰਾਈਟਿੰਗ ਜਿਹੜਾ ਸਕਿੱਲ ਹੁੰਦਾ ਡਿਫਰੈਂਟ ਹੁੰਦਾ ਹੈ। ਸੋ ਅਗਰ ਆਪਾਂ ਗ੍ਰਾਫਿਕਲ ਵੇ ਦੇ ਨਾਲ ਉਹਨੂੰ ਰਿਪਰਜੈਂਟ ਕਰਦੇ ਹਾਂ ਤਾਂ ਈਜ਼ੀਲੀ ਅੰਡਰਸਟੈਂਡ ਹੋ ਜਾਂਦੀਆਂ। ਸਟਾਰਟਿੰਗ ਦੇ ਵਿੱਚ ਇਹਨੂੰ ਆਪਾਂ ਬਬਲ ਚਾਰਟ ਵੀ ਬੋਲਦੇ ਹਾਂ, ਜਿਹਦੇ ਵਿੱਚ ਆਪਾਂ ਡਿਫਰੈਂਟ ਟਾਈਪ ਆਫ ਬਬਲਸ ਲਾਣੀ ਸ਼ੇਪਸ ਦੇ ਨਾਲ ਆਪਾਂ ਆਪਣੀ ਇਨਫੋਰਮੇਸ਼ਨ ਨੂੰ ਰਿਪਰਜੈਂਟ ਕਰਦੇ ਹਾਂ। ਡਾਟਾ ਫਲੋ ਡਾਇਗਰਾਮ ਦੇ ਸਿੰਬਲ ਹੈਗੇ ਆ, ਸਾਰਿਆਂ ਨਾਲੋਂ ਪਹਿਲਾ ਸਿੰਬਲ ਹੈ ਸਕੇਅਰ ਬਾਕਸ। ਸਕੇਅਰ ਬਾਕਸ ਦੇ ਵਿੱਚ ਆਪਾਂ ਸੋਰਸ ਯਾਨੀ ਇਨਪੁਟ ਕਿੱਥੋਂ ਆ ਰਿਹਾ ਅਤੇ ਡੈਜ਼ਿਗਨੇਸ਼ਨ ਯਾਨੀ ਆਊਟਪੁੱਟ ਕਿੱਥੇ ਜਾ ਰਿਹਾ ਹੈ, ਦੋਨਾਂ ਦੀ ਰਿਪਰਜੈਂਟੇਸ਼ਨ ਕਰਦੇ ਹਾਂ। ਸਕੁਏਅਰ ਬਾਕਸ ਦੇ ਨਾਲ ਆਪਾਂ ਸੋਰਸ ਐਂਡ ਡੈਜ਼ਿਗਨੇਸ਼ਨ ਦੀ ਰਿਪਰਜੈਂਟੇਸ਼ਨ ਕਰਦੇ ਹਾਂ। ਐਰੋ ਸਾਈਨ ਹੁੰਦਾ, ਐਰੋ ਸਾਈਨ ਦੇ ਨਾਲ ਆਪਾਂ ਰਿਪਰਜੈਂਟ ਕਰਦੇ ਹਾਂ ਕਿ ਫਲੋ ਕੀ ਹੈ, ਡਾਟਾ ਦਾ ਫਲੋ ਕੀ ਹੈ। ਇਹਦੇ ਨਾਲ ਮੋਸ਼ਨ ਪਤਾ ਚੱਲਦਾ ਹੈ ਕਿ ਇਨਫੋਰਮੇਸ਼ਨ ਕਿਸ ਡਾਇਰੈਕਸ਼ਨ ਦੇ ਵਿੱਚ ਫਲੋ ਕਰ ਰਹੀ ਹੈ, ਲੈਫਟ, ਰਾਈਟ, ਟੌਪ, ਬਾਟਮ, ਕਿਸ ਤਰ੍ਹਾਂ ਫਲੋ ਕਰਦੀ ਹੈ, ਅਤੇ ਫਲੋ ਇਸ ਨਾਲ ਐਰੋ ਜਿਹੜਾ ਹੈਗਾ ਸਿੰਬਲ ਦੇ ਨਾਲ ਰਿਪਰਜੈਂਟ ਕੀਤਾ ਜਾਂਦਾ ਹੈ। ਸਰਕਲ ਐਂਡ ਬਬਲ ਸ਼ੇਪ ਦੇ ਵਿੱਚ ਕੀ ਹੁੰਦਾ ਹੈ, ਇਹ ਇਨਕਮਿੰਗ ਫਲੋ ਅਤੇ ਆਊਟ ਗੋਇੰਗ ਫਲੋ ਦੱਸਦੀ ਹੈ। ਜੇ ਤਾਂ ਚਾਸ਼ਪਿਰੋ ਬੰਦ ਹੈ ਤਾਂ ਉਹਦੇ ਵਿੱਚ ਕੋਈ ਫਲੋ ਨਹੀਂ ਹੋ ਰਿਹਾ। ਅਗਰ ਡਾਟਾ ਜਿਹੜਾ ਹੈਗਾ ਬਾਕਸ ਓਪਨ ਹੈ, ਇਟ ਮੀਨ ਇਸ ਦੇ ਵਿੱਚੋਂ ਡਾਟਾ ਜਿਹੜਾ ਹੈਗਾ ਕਲਾਇੰਟ ਰਿਟਰੀਵ ਕਰ ਸਕਦਾ ਹੈ। ਜਿਹੜਾ ਹੈਗਾ ਇਨਫੋਰਮੇਸ਼ਨ ਇਨਕਮਿੰਗ ਡਾਟਾ ਹੈ ਕਿ ਡਾਟਾ ਬਾਹਰੋਂ ਆ ਰਿਹਾ ਅਤੇ ਇੱਥੇ ਆ ਕੇ ਸਟੋਰ ਹੋ ਗਿਆ, ਉਹ ਬਬਲ ਸ਼ੇਪ ਯਾਨੀ ਸਰਕਲ ਦੇ ਨਾਲ ਸ਼ੋ ਹੋਏਗਾ। ਅਤੇ ਓਪਨ ਰੈਕਟੈਂਗਲ ਦੇ ਨਾਲ ਸ਼ੋ ਹੋਏਗਾ ਕਿ ਡਾਟਾ ਅਗਰ ਨੈਕਸਟ ਕਿਸੇ ਦੋ ਅੱਗੇ ਫਰਦਰ ਕਲਾਇੰਟਸ ਨੂੰ ਫਲੋ ਹੋ ਰਿਹਾ ਹੈ। ਡਾਟਾ ਫਲੋ ਡਾਇਗਰਾਮ ਦੇ ਵਿੱਚ ਆਪਣੇ ਕੋਲੇ ਹਰ ਇੱਕ ਜਿਹੜਾ ਹੈਗਾ ਬਬਲ ਆਪਾਂ ਯੂਜ਼ ਕੀਤਾ ਜਾਂ ਸਿੰਬਲ ਆਪਾਂ ਯੂਜ਼ ਕੀਤਾ ਉਹ ਪਰਟੀਕੂਲਰ ਇੱਕ ਉਹਦਾ ਨੇਮ ਹੈ,
ਤੇ ਹਰ ਇੱਕ ਚੀਜ਼ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਉਹਨੂੰ ਆਪਾਂ ਜਿਹੜਾ ਹੈ ਸ਼ੇਪ ਨੂੰ ਇੱਕ ਨਾਮ ਦੇਵਾਂਗੇ। ਜੋ ਵੀ ਉਹਦੇ ਵਿੱਚ ਆਪਾਂ ਇੱਕ ਸਟੂਡੈਂਟ ਦਾ ਡਾਟਾ ਪਾ ਰਹੇ ਹਾਂ ਤਾਂ ਜਿਹੜਾ ਹੈਗਾ ਡਾਟਾਬੇਸ ਨੂੰ ਆਪਾਂ ਸਟੂਡੈਂਟ ਦਾ ਨਾਮ ਦਿੰਦੇ ਹਾਂ। ਜਿਹੜੀਆਂ ਡਾਇਰੈਕਸ਼ਨਸ ਹੁੰਦੀਆਂ ਇਹ ਟੌਪ ਬਾਟਮ ਲੈਫਟ ਰਾਈਟ ਫਲੋ ਕਰ ਸਕਦੀਆਂ ਨੇ। ਡਾਟਾ ਫਲੋ ਫਰੋਮ ਸੋਰਸ ਟੂ ਡੈਜ਼ਿਗਨੇਸ਼ਨ ਆਲਦੋ ਦੇ ਮੇ ਫਲੋ ਬੈਕ ਟੂ ਦਾ ਸੋਰਸ। ਆਪਣੇ ਕੋਲ ਇੱਕ ਲੂਪ ਹੁੰਦਾ ਹੈ, ਜਿੱਥੇ ਲੂਪ ਸਟਰਕਚਰ ਹੁੰਦਾ ਹੈ ਤਾਂ ਆਪਣਾ ਜਿਹੜਾ ਡਾਟਾ ਫਾਰਵਰਡ ਮੂਵ ਕਰਨ ਦੀ ਬਜਾਏ ਬੈਕਵਰਡ ਵੀ ਮੂਵ ਕਰ ਰਿਹਾ ਹੁੰਦਾ ਹੈ। ਵੈਨ ਪ੍ਰੋਸੈਸ ਇਜ਼ ਐਕਸਪਲੋਡਡ ਇਨਟੂ ਲੋਅਰ ਲੈਵਲ ਡਿਟੇਲ ਦੇ ਆਰ ਨੰਬਰਡ। ਜਦੋਂ ਆਪਾਂ ਡਾਟਾ ਇੱਕ ਤੋਂ ਜ਼ਿਆਦਾ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਹੁੰਦਾ ਦੈਨ ਆਪਾਂ ਨੂੰ ਲੇਬਲ ਨੰਬਰ ਦਿੰਦੇ, ਲੇਬਲ 1, ਲੇਬਲ 2, ਲੇਬਲ 3। ਰੀਜ਼ਨ ਕੀ ਹੁੰਦਾ ਕਿ ਡਾਟਾ ਜਦੋਂ ਫਲੋ ਕਰੇਗਾ ਨੀਚੇ ਕਿਹੜੇ ਲੇਬਲ ਕੋਲੇ ਜਾਏਗਾ ਆਪਾਂ ਨੂੰ ਉਸ ਚੀਜ਼ ਦਾ ਆਈਡੀਆ ਹੋਣਾ ਚਾਹੀਦਾ ਹੈ। ਜਿੰਨੇ ਵੀ ਡਾਟਾ ਸਟੋਰਸ ਨੇ, ਸੋਰਸਿਸ ਨੇ ਜਾਂ ਡੈਜ਼ਿਗਨੇਸ਼ਨ ਨੇ ਉਹਨਾਂ ਦੇ ਨਾਮ ਕੈਪੀਟਲ ਲੈਟਰ ਦੇ ਵਿੱਚ ਰਾਈਟ ਕੀਤੇ ਜਾਂਦੇ ਆ ਤਾਂ ਕਿ ਉਹਨਾਂ ਨੂੰ ਰਿਕੋਗਨਾਈਜ਼ ਕਰਨਾ ਈਜ਼ੀ ਹੋ ਜੇ। ਡਾਟਾ ਡਿਕਸ਼ਨਰੀ ਦੂਸਰਾ ਆਪਣੇ ਕੋਲੇ ਟੈਕਨੀਕ ਹੈ ਕਿ ਆਪਾਂ ਡਾਟਾ ਡਿਕਸ਼ਨਰੀ ਡਿਜ਼ਾਈਨ ਕਰ ਸਕਦੇ ਹਾਂ। ਡਾਟਾ ਡਿਕਸ਼ਨਰੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਡਾਟਾ ਦਾ ਕੀ ਫਲੋ ਹੈ, ਕਿੱਥੇ ਪ੍ਰੋਸੈਸਿੰਗ ਹੋਏਗਾ, ਕਿ ਡਾਟਾ ਕਿੱਥੇ ਕਿੱਥੇ ਸਟੋਰ ਹੋਏਗਾ, ਉਹਨੂੰ ਆਪਾਂ ਇੱਕ ਸਟਰਕਚਰ ਵੇ ਦੇ ਨਾਲ ਰਾਈਟ ਕਰਦੇ ਹਾਂ। ਇਟ ਇਜ਼ ਅ ਸਟਰਕਚਰ ਰੈਸਪੋਸੇਟਰੀ ਆਫ ਡਾਟਾ ਅਬਾਊਟ ਡਾਟਾ। ਡਾਟਾ ਦੇ ਬਾਰੇ ਜਿਹਨੂੰ ਆਪਾਂ ਮੈਟਾ ਡਾਟਾ ਵੀ ਬੋਲਦੇ ਹਾਂ, ਜਿਹਦੇ ਬਾਰੇ ਆਪਾਂ ਪੋਸਟ ਕਰਾਂਗੇ ਕਿ ਡਾਟਾ ਕਿੱਥੇ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ ਤੇ ਡਾਟਾ ਕਿੱਥੇ ਜਾ ਕੇ ਸਟੋਰ ਹੈ। ਜੇ ਲਾਈਕ ਆਪਣੀ ਬੁੱਕ ਦੇ ਵਿੱਚ ਜਿਹੜਾ ਇੰਡੈਕਸ ਬਣਿਆ ਹੁੰਦਾ ਹੈ, ਇਹ ਰੀਪੋਸਟਰੀ ਦਾ ਇੱਕ ਐਗਜ਼ਾਮਪਲ ਹੈ ਜਿਹਦੇ ਵਿੱਚ ਆਪਾਂ ਰੀਪੋਸਟ ਕਰਦੇ ਹਾਂ ਕਿ ਡਾਟਾ ਦੇ ਜਿਹੜੀ ਅੱਗੇ ਇਨਫੋਰਮੇਸ਼ਨ ਹੈ ਉਹ ਕਿੱਥੇ ਸਟੋਰ ਹੈ, ਯਾਨੀ ਪੇਜ ਨੰਬਰ ਮੈਂਸ਼ਨ ਕਰ ਦਿੰਦੇ ਆ। ਤਾਂ ਇੰਡੈਕਸ ਦੇ ਵਿੱਚ ਜਦੋਂ ਪੇਜ ਨੰਬਰ ਮੈਂਸ਼ਨ ਕੀਤਾ ਟੌਪਿਕ ਦੇ ਅੱਗੇ ਦੈਨ ਆਪਾਂ ਨੂੰ ਫਾਈਂਡ ਆਊਟ ਕਰਨਾ ਈਜ਼ੀ ਹੋ ਜਾਂਦਾ। ਇਸੇ ਤਰੀਕੇ ਨਾਲ ਜਦੋਂ ਬਿਗ ਡਾਟਾ ਆਪਾਂ ਮੈਨੇਜ ਕਰਦੇ ਹਾਂ ਤਾਂ ਉਹਦੇ ਇੰਡੈਕਸਿਸ ਬਣਾ ਦਿੰਦੇ ਨੇ। ਇਹਦੇ ਵਿੱਚ ਕੀ ਹੈ ਡਾਟਾ ਫਲੋ ਡਾਇਗਰਾਮ ਦੀ ਜਿਹੜੀ ਡੈਫੀਨੇਸ਼ਨ ਇੱਥੇ ਰਾਈਟ ਕੀਤੀ ਜਾਂਦੀ ਹੈ, ਉਹਨਾਂ ਦੇ ਜਿੰਨੇ ਵੀ ਐਲੀਮੈਂਟ ਉਹਨੂੰ ਡਿਫਾਈਨ ਕੀਤਾ ਜਾਂਦਾ ਹੈ ਕਿ ਇਹ ਡਾਟਾ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ, ਇਹ ਡਾਟਾ ਸਟੋਰ ਕੀਤਾ ਜਾ ਰਿਹਾ, ਡਾਟਾ ਫਲੋ ਹੋ ਰਿਹਾ ਹੈ। ਡਾਟਾ ਡਿਕਸ਼ਨਰੀ ਦੀਆਂ ਐਡਵਾਂਟੇਜਸ ਕੀ ਹੁੰਦੀਆਂ ਨੇ? ਇੱਕ ਤਾਂ ਇਹ ਡਾਕੂਮੈਂਟੇਸ਼ਨ ਪਰਪਸ ਲਈ ਯੂਜ਼ ਹੁੰਦੀ ਹੈ। ਡਾਕੂਮੈਂਟੇਸ਼ਨ ਕੀ ਹੁੰਦਾ ਕਿ ਜਦੋਂ ਆਪਾਂ ਜੋ ਆਪਾਂ ਡਿਜ਼ਾਈਨ ਕੀਤੀ ਹੋਈ ਹੈ ਚੀਜ਼ ਉਹਨੂੰ ਆਪਾਂ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕਨਵਰਟ ਕਰਦੇ ਹਾਂ ਦੈਨ ਆਪਾਂ ਨੂੰ ਉੱਥੇ ਕਮੈਂਟ ਲਿਖਣੇ ਪੈਂਦੇ ਆ। ਕਮੈਂਟ ਆਪਾਂ ਕਿਸ ਪਰਪਸ ਦੇ ਲਈ ਲਿਖਦੇ ਹਾਂ ਕਿ ਫਰਦਰ ਕੋਈ ਜਿਹੜਾ ਇਸ ਸਿਸਟਮ ਨੂੰ ਨਹੀਂ ਡਿਜ਼ਾਈਨ ਕੀਤਾ ਅਗਰ ਉਹ ਬੰਦਾ ਇਸ ਦੇ ਵਿੱਚ ਅਮੈਂਡਮੈਂਟ ਕਰੇ, ਇਹਦੀ ਮੇਨਟੇਨੈਂਸ ਕਰੇ ਤਾਂ ਉਹਨੂੰ ਈਜ਼ੀਲੀ ਪਤਾ ਚੱਲ ਜਾਵੇ ਵੀ ਕਿਹੜੇ ਪਲੇਸ ਦੇ ਉੱਤੇ ਕੀ ਐਕਸ਼ਨ ਪਰਫਾਰਮ ਹੋਇਆ ਪਿਆ ਹੈ। ਤਾਂ ਜਦੋਂ ਆਪਾਂ ਡਾਟਾ ਡਿਕਸ਼ਨਰੀ ਬਣਾਈ ਹੋਈ ਹੈ, ਜਨਰਲ ਇੰਗਲਿਸ਼ ਸਟਰਕਚਰ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਹੈ, ਤਾਂ ਸਟਰਕਚਰ ਇੰਗਲਿਸ਼ ਦੇ ਜਿਹੜੀਆਂ ਲਾਈਨਸ ਹੈ ਉਹਨਾਂ ਨੂੰ ਆਪਾਂ ਕਮੈਂਟ ਐਜ਼ ਅ ਕਮੈਂਟ ਯੂਜ਼ ਕਰ ਸਕਦੇ ਹਾਂ ਅਤੇ ਇਹਦੇ ਨਾਲ ਆਪਣੀ ਜਿਹੜੀ ਸਟਰਕਚਰ ਦੀ ਜਿਹੜੀ ਹੈਗੀ ਸਿਸਟਮ ਦੀ ਰੀਡੇਬਿਲਿਟੀ ਇੰਪਰੂਵ ਹੁੰਦੀ ਹੈ। ਇਹਦੇ ਨਾਲ ਯੂਜ਼ਰ ਨੂੰ ਕਮਿਊਨੀਕੇਟ ਕਰਨਾ ਜਿਹੜਾ ਹੈਗਾ ਈਜ਼ੀ ਹੋ ਜਾਂਦਾ ਹੈ ਕਿ ਉਹਨੂੰ ਹਰ ਐਲੀਮੈਂਟ, ਹਰ ਟਰਮ, ਹਰ ਪ੍ਰੋਸੀਜਰ ਦੀ ਪ੍ਰੋਪਰ ਡੈਫੀਨੇਸ਼ਨ ਡਾਟਾ ਡਿਕਸ਼ਨਰੀ ਦੇ ਵਿੱਚ ਡਿਫਾਈਨ ਕੀਤੀ ਗਈ ਹੈ ਅਤੇ ਇਹਨੂੰ ਅੰਡਰਸਟੈਂਡ ਕਰਨਾ, ਸਿਸਟਮ ਕਿੱਦਾਂ ਦਾ ਡਿਜ਼ਾਈਨ ਹੋਏਗਾ, ਕਿੱਦਾਂ ਦਾ ਫਲੋ ਹੋਏਗਾ, ਉਹਨੂੰ ਸਮਝਣਾ ਸੌਖਾ ਹੋ ਜਾਂਦਾ ਹੈ। ਡਾਟਾ ਬੇਸ ਨੂੰ ਬਿਲਡ ਕਰਨ ਦੇ ਲਈ ਸਾਰਿਆਂ ਨਾਲੋਂ ਇੰਪੋਰਟੈਂਟ ਜਿਹੜਾ ਸਟੈਪ ਹੈਗਾ ਉਹ ਡਾਟਾ ਡਿਕਸ਼ਨਰੀ ਹੈ। ਇਹਦੇ ਵਿੱਚ ਐਕਸਪਲੇਨ ਕੀਤਾ ਜਾਂਦਾ ਹੈਗਾ ਕਿ ਕਿੱਦਾਂ ਤੁਹਾਡਾ ਡਾਟਾ ਦਾ ਜਿਹੜਾ ਹੈਗਾ ਡਿਜ਼ਾਈਨ ਬਣੇਗਾ। ਇਹਦੇ ਵਿੱਚ ਕੀ ਜਿਹੜੇ ਹੈਗੇ ਆ ਡਾਟਾ ਡਿਕਸ਼ਨਰੀ ਦੇ ਵਿੱਚ ਆਈਟਮਸ ਕੀ ਹੁੰਦੀਆਂ ਨੇ? ਸਭ ਨੂੰ ਪਹਿਲੀ ਆਈਟਮ ਹੁੰਦੀ ਹੈ ਡਾਟਾ ਐਲੀਮੈਂਟ। ਡਾਟਾ ਐਲੀਮੈਂਟ ਦੇ ਵਿੱਚ ਕੀ ਆਏਗਾ ਕਿ ਜਿੰਨੇ ਵੀ ਆਪਾਂ ਵੇਰੀਏਬਲਸ ਯੂਜ਼ ਕੀਤੇ ਆ ਉਹਨਾਂ ਨੂੰ ਡਾਟਾ ਐਲੀਮੈਂਟ ਬੋਲਦੇ ਹੈ। ਮੰਨ ਲਓ ਕਿ ਆਪਾਂ ਮਾਤਾ ਸਾਹਿਬ ਕੌਰ ਗਰਲਸ ਕਾਲਜ ਦਾ ਹੀ ਇੱਕ ਆਪਾਂ ਡਾਟਾ ਡਿਕਸ਼ਨਰੀ ਬਣਾਉਣੀ ਹੈ ਦੈਨ ਆਪਣੇ ਕੋਲੇ MSKG ਪਹਿਲਾ ਆਪਣਾ ਡਾਟਾਬੇਸ ਹੋਏਗਾ। ਉਹਦੇ ਵਿੱਚੋਂ ਫਰਦਰ ਡਿਪਾਰਟਮੈਂਟ ਕੰਪਿਊਟਰ, ਆਰਟਸ, ਕਾਮਰਸ ਅਤੇ ਜਿਹੜੇ ਤੁਹਾਡੇ ਹੈਗੇ ਆ ਸਾਇੰਸ, ਇਹ ਡਿਪਾਰਟਮੈਂਟ ਨਿਕਲਦੇ। ਦੀਸ 3 ਆਰ ਡਾਟਾ ਐਲੀਮੈਂਟਸ। ਡਾਟਾ ਐਲੀਮੈਂਟਸ ਇਹਨਾਂ ਨੂੰ ਆਪਾਂ ਫਰਦਰ ਡਿਵਾਈਡ ਕਰ ਸਕਦੇ ਹਾਂ ਕਲਾਸਿਸ ਵਾਈਜ਼, ਫਸਟ ਈਅਰ, ਸੈਕਿੰਡ ਈਅਰ, ਥਰਡ ਈਅਰ, ਠੀਕ ਹੈ ਜੀ। ਤਾਂ ਇਸੇ ਤਰੀਕੇ ਨਾਲ ਜਿਵੇਂ ਆਪਣੇ ਕੋਲ ਐਲੀਮੈਂਟ ਹੈ ਡੇਟ ਨੂੰ ਆਪਾਂ ਫਰਦਰ ਡਿਵਾਈਡ ਕਰ ਸਕਦੇ ਹਾਂ ਡੇ, ਮੰਥ ਐਂਡ ਈਅਰ। ਤਾਂ ਹਰ ਇੱਕ ਐਲੀਮੈਂਟ ਨੂੰ ਇੱਕ ਪ੍ਰੋਪਰ ਨਾਮ ਦੇਣਾ ਪੈਂਦਾ ਹੈ। ਨੈਕਸਟ ਹੈ ਸਟਰਕਚਰ। ਸਟਰਕਚਰ ਦੇ ਵਿੱਚ ਕੀ ਹੈਗਾ ਕਿ ਇਹ ਆਪਸ ਦੇ ਵਿੱਚ ਕਿੰਨੇ ਹੁਣ ਆਪਾਂ ਨੇ ਕੋਲ ਹੈਗਾ ਕਿ ਜਿਹੜਾ 3 ਐਲੀਮੈਂਟ ਹੈ ਡੇਟ, ਮੰਥ ਐਂਡ ਈਅਰ, ਇਹ ਤਿੰਨੇ ਰਿਪਰੈਜ਼ੈਂਟ ਕਰਦੇ ਆ ਡੇਟ ਨੂੰ। ਡੇ, ਮੰਥ ਐਂਡ ਈਅਰ ਤਿੰਨੇ ਡੇਟ ਨੂੰ ਰਿਪਰੈਜ਼ੈਂਟ ਕਰਦੇ ਆ ਤਾਂ ਇਹ ਤਿੰਨੇ ਹੈਂਡਲ ਕਰ ਰਹੇ ਇੱਕ ਸਿੰਗਲ ਯੂਨਿਟ ਦੈਟ ਇਜ਼ ਡੇਟ। ਇਸੇ ਤਰੀਕੇ ਨਾਲ ਆਪਾਂ 3 ਕਲਾਸਿਸ ਬਣਾਈਆਂ BC ਫਸਟ ਈਅਰ, ਸੈਕਿੰਡ ਈਅਰ, ਥਰਡ ਈਅਰ। ਇਹ ਕਿਹੜੇ ਯੂਨਿਟ ਨੂੰ ਹੈਂਡਲ ਕਰ ਰਹੀਆਂ ਨੇ? ਇਹ ਹੈਂਡਲ ਕਰ ਰਹੀਆਂ ਕੰਪਿਊਟਰ ਡਿਪਾਰਟਮੈਂਟ ਨੂੰ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਡਾਟਾ ਦਾ ਸਟਰਕਚਰ ਬਣਾਵਾਂਗੇ, ਉਹਦਾ ਫਲੋ ਬਣਾਵਾਂਗੇ, ਉਹਦੀਆਂ ਐਰੋ ਰਿਪਰੈਜ਼ੈਂਟ ਕਰਾਂਗੇ ਤਾਂ ਆਪਾਂ ਨੂੰ ਪਤਾ ਚੱਲ ਜੂਗਾ ਕਿ ਡਾਟਾ ਐਲੀਮੈਂਟ ਕਿਹੜੇ ਗਰੁੱਪ ਦੇ ਨਾਲ ਰਿਲੇਟਡ ਹੈ। ਨੈਕਸਟ ਹੈ ਡਾਟਾ ਫਲੋ।
ਡਾਟਾ ਦਾ ਫਲੋ ਮੋਸ਼ਨ ਦੱਸਦਾ ਹੈਗਾ ਕਿ ਡਾਟਾ ਕਿਸ ਤਰ੍ਹਾਂ ਫਲੋ ਕਰੇਗਾ, ਕਿਹੜੀ ਜਿਹੜੀ ਹੈਗੀ ਸਿਚੁਏਸ਼ਨ ਤੋਂ ਬਾਅਦ ਕਿਸ ਲੋਕੇਸ਼ਨ ਦੇ ਉੱਤੇ ਆਪਣੇ ਡਾਟਾ ਨੂੰ ਜਾਣਾ ਪਏਗਾ। ਡਾਟਾ ਸਟੋਰ, ਜਿੱਥੇ ਆਪਾਂ ਡਾਟਾ ਨੂੰ ਪਰਮਾਨੈਂਟਲੀ ਸਟੋਰ ਕਰਕੇ ਰੱਖਣਾ ਹੈ, ਉਹ ਚੀਜ਼ਾਂ ਆਪਣੇ ਡਾਟਾ ਸਟੋਰ ਦੇ ਵਿੱਚ ਹੁੰਦੀਆਂ ਨੇ। ਇਹ ਹੈਗਾ ਐਗਜ਼ਾਮਪਲ ਡਾਟਾ ਡਿਕਸ਼ਨਰੀ ਦਾ। ਸਭ ਨੂੰ ਪਹਿਲਾਂ ਐਲੀਮੈਂਟਸ ਹੁੰਦੇ ਆ, ਐਲੀਮੈਂਟਸ ਮਿਲ ਕੇ ਗਰੁੱਪ ਬਣਾਉਂਦੇ ਨੇ, ਗਰੁੱਪ ਮਿਲ ਕੇ ਦੱਸਦੇ ਆ ਵੀ ਕਿਸ ਤਰ੍ਹਾਂ ਡਾਟਾ ਫਲੋ ਹੋਏਗਾ, ਕਿੱਥੇ ਜਾ ਕੇ ਡਾਟਾ ਸਟੋਰ ਹੋਏਗਾ। ਜਿਵੇਂ ਆਪਣੇ ਕੋਲ ਇੱਕ ਐਗਜ਼ਾਮਪਲ ਹੈ, ਆਪਾਂ ਆਥਰ ਦਾ ਨੇਮ ਲਿਖਣਾ ਹੈ, ਅਤੇ ਆਥਰ ਦੇ ਨੇਮ ਦੇ ਵਿੱਚ ਉਹਦਾ ਫਸਟ ਨੇਮ ਆਉਂਦਾ, ਮਿਡਲ ਨੇਮ ਆਉਂਦਾ, ਲਾਸਟ ਨੇਮ ਆਉਂਦਾ, ਅਲਾਇਸ ਆਉਂਦੇ ਨੇ, ਠੀਕ ਹੈ ਜੀ। ਇਹਦੇ ਵਿੱਚ ਆਪਣੀ ਡਿਸਕ੍ਰਿਪਸ਼ਨ ਹੁੰਦੀ ਹੈ ਕਿ ਆਪਾਂ ਨੇਮ ਰਾਈਟ ਕਰਤਾ, ਨੇਮ ਦੇ ਵਿੱਚ ਕੀ ਹੈਗੀ ਆ, ਆਪਾਂ ਡਿਸਕ੍ਰਿਪਸ਼ਨ ਦੇਤੀ ਹੈਗੀ ਆ ਵੀ ਫਸਟ ਨੇਮ ਕੀ ਹੈ, ਲਾਸਟ ਨੇਮ ਕੀ ਹੈ, ਮਿਡਲ ਨੇਮ ਕੀ ਹੈ। ਅਲਾਇਸ ਆਪਾਂ ਕੋਈ ਸਿਨੋਨੀਮਸ ਵਰਡ, ਉਹਦਾ ਕੋਈ ਛੋਟਾ ਨਾਮ ਹੈ, ਦੈਨ ਆਪਾਂ ਉਹਦੇ ਉੱਤੇ ਉਹ ਰਾਈਟ ਕਰ ਸਕਦੇ ਹਾਂ। ਡਾਟਾ ਐਲੀਮੈਂਟ ਵੇਅਰ ਔਰ ਨੋਟ ਡਾਟਾ ਐਲੀਮੈਂਟ ਹਿਸ ਫੋਲੋਜ਼, ਜਦੋਂ ਡਿਫਰੈਂਟ ਨੇਮ ਹੋਣ, ਠੀਕ ਹੈ ਜੀ। ਹੁਣ ਆਪਣੇ ਕੋਲੇ ਪਰਚੇਜ਼ਿੰਗ ਆਰਡਰ ਹੈ, ਤਾਂ ਆਪਾਂ ਇਹਨੂੰ ਪਰਚੇਜ਼ਿੰਗ ਆਰਡਰ ਵੀ ਲਿਖ ਸਕਦੇ ਹਾਂ, ਪਰਚੇਜ਼ ORD ਵੀ ਲਿਖ ਸਕਦੇ ਹਾਂ, PO ਵੀ ਲਿਖ ਸਕਦੇ ਹਾਂ। ਇਹ ਹੁਣ ਤੁਹਾਡੇ ਡਾਟਾ ਡਿਕਸ਼ਨਰੀ ਦੇ ਉੱਤੇ ਡਿਪੈਂਡ ਹੈ ਕਿ ਤੁਸੀਂ ਫੁੱਲ ਫਾਰਮ ਲਿਖਣੀ ਹੈ ਜਾਂ ਸਮਾਲ ਫਾਰਮ ਤੁਸੀਂ ਯੂਜ਼ ਕਰਨੀ ਹੈ। ਕਰੈਕਟਰਿਸਟਿਕਸ ਨੈਕਸਟ ਹੁੰਦੀ ਹੈ ਬੀਟਾ ਰੇਂਜ। ਰੇਂਜ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਡਾਟਾ ਦੇ ਵਿੱਚ ਰੇਂਜ ਫਿਕਸ ਕਰਨੀ ਹੁੰਦੀ ਹੈ। ਹੁਣ ਮੰਨ ਲਓ ਕਿ ਕਿਸੇ ਨੇ ਆਪਣਾ ਮੋਬਾਈਲ ਨੰਬਰ ਲਿਖਣਾ ਹੈ, ਅਤੇ ਉੱਥੇ ਰੇਂਜ ਫਿਕਸ ਹੈ ਕਿ 10 ਜਿਹੜੇ ਹੈਗੇ ਆ ਨੰਬਰਸ ਦਾ ਮੋਬਾਈਲ ਫੋਨ ਹੁੰਦਾ ਹੈ। ਸਪੈਸੀਫਿਕ ਵੈਲਿਊ ਹੈ ਕਿ ਨੰਬਰਸ ਦੇ ਵਿੱਚ ਹੀ ਹੋਏਗਾ ਮੋਬਾਈਲ ਨੰਬਰ। ਨੈਕਸਟ ਹੈਗਾ ਕਿ ਆਪਾਂ ਅਗਰ ਪਰ ਨਾਮ ਰਾਈਟ ਕਰਨਾ ਹੈ, ਤਾਂ ਆਪਾਂ ਰੇਂਜ ਫਿਕਸ ਕਰਤੀ ਕਿ 1 ਤੋਂ ਲੈ ਕੇ 20 ਕਰੈਕਟਰ ਤੱਕ ਤੁਸੀਂ ਨਾਮ ਐਂਟਰ ਕਰ ਸਕਦੇ ਹੋ। ਇਹਨੂੰ ਆਪਾਂ ਬੋਲਦੇ ਹਾਂ ਕਿ ਜਦੋਂ ਆਪਾਂ ਡਾਟਾ ਐਲੀਮੈਂਟ ਸਟੋਰ ਕਰਾਉਣੇ ਹੁੰਦੇ ਆ, ਤਾਂ ਉਹਨਾਂ ਦੀ ਰੇਂਜ ਆਪਾਂ ਨੂੰ ਫਿਕਸ ਕਰਨੀ ਪੈਂਦੀ ਹੈ। ਡਾਟਾ ਐਲੀਮੈਂਟ ਦੇ ਵਿੱਚ ਕੀ ਹੁੰਦਾ, ਸਾਰਿਆਂ ਨਾਲੋਂ ਪਹਿਲੀ ਚੀਜ਼ ਆਪਣੇ ਜਿਹੜੇ ਇਹਦੇ ਫੀਚਰਸ ਨੇ, ਦੈਟ ਇਜ਼ ਕੰਟਰੋਲ ਇਨਫੋਰਮੇਸ਼ਨ। ਇਹਦੇ ਵਿੱਚ ਇਨਫੋਰਮੇਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਆਪਣੀ ਹੈਲਪ ਕਰਦੇ ਨੇ ਡਾਟਾ ਐਲੀਮੈਂਟਸ। ਮਤਲਬ ਕਿਵੇਂ ਕਿ ਆਪਾਂ ਨੂੰ ਪਤਾ ਚੱਲ ਜਾਏ ਸੋਰਸ ਕਿਹੜਾ ਹੈ, ਕਿਹੜੀ ਤਰੀਕ ਨੂੰ ਇਹ ਡਾਟਾ ਟਰੈਵਲ ਹੋਇਆ ਸੀ, ਯੂਜ਼ਰ ਇਹਦਾ ਕੌਣ ਹੈ, ਕਿਹਨੂੰ ਕਿਸ ਟਾਈਪ ਦੀ ਅਸੈਸ ਆਥੋਰਾਈਜੇਸ਼ਨ ਹੈ। ਰੀਡ, ਰਾਈਟ ਐਂਡ ਐਗਜ਼ੀਕਿਊਟ 3 ਟਾਈਪ ਦੀ ਅਸੈਸ ਆਥੋਰਾਈਜੇਸ਼ਨ ਹੁੰਦੀ ਹੈ, ਕਿਹੜੇ ਬੰਦੇ ਨੂੰ ਆਪਾਂ ਕਿਹੜੀ ਦਿੱਤੀ ਹੋਈ ਹੈ। ਯਾਨੀ ਇਨਫੋਰਮੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਡਾਟਾ ਐਲੀਮੈਂਟ ਮੋਸਟ ਇੰਪੋਰਟੈਂਟ ਫੀਚਰ ਨੇ। ਨੈਕਸਟ ਹੈ ਫਿਜ਼ੀਕਲ ਲੋਕੇਸ਼ਨ। ਜਦੋਂ ਆਪਾਂ ਡਾਟਾ ਨੂੰ ਸਟੋਰ ਕਰਦੇ ਹਾਂ, ਦੈਨ ਆਪਾਂ ਦੱਸਦੇ ਹਾਂ ਫਾਈਲ ਦਾ ਨਾਮ ਕੀ ਹੈ, ਤਾਂ ਆਪਣੇ ਕੋਲ ਇੱਕ ਰਿਕਾਰਡ ਮੇਨਟੇਨ ਹੋ ਜਾਂਦਾ ਹੈ ਕਿ ਇਹ ਵਾਲੀ ਫਾਈਲ ਫਿਜ਼ੀਕਲੀ ਕਿੱਥੇ ਸਟੋਰ ਹੈ, C ਡਰਾਈਵ 'ਚ, D ਡਰਾਈਵ 'ਚ, CD ROM ਦੇ ਵਿੱਚ ਤੁਸੀਂ ਕਿੱਥੇ ਸਟੋਰ ਕੀਤੀ ਹੈ। ਡਾਟਾ ਦਾ ਸਟਰਕਚਰ ਕੀ ਡਿਫਾਈਨ ਕਰਦਾ ਹੈ, ਡਾਟਾ ਦਾ ਸਟਰਕਚਰ ਡਿਫਾਈਨ ਕਰਦਾ ਹੈ ਵੀ ਇਹ ਕਿਹੜੇ ਜਿਹੜੇ ਐਲੀਮੈਂਟਸ ਹੈ ਕਿਹੜੇ ਗਰੁੱਪ ਨਾਲ ਬਿਲੋਂਗ ਕਰਦੇ ਆ। ਫੋਰ ਐਗਜ਼ਾਮਪਲ ਬੁੱਕ ਦੀ ਡਿਟੇਲ ਦੇ ਵਿੱਚ, ਬੁੱਕ ਦੀ ਡਿਟੇਲ ਆਪਣਾ ਗਰੁੱਪ ਹੈ, ਅਤੇ ਉਹਦੇ ਵਿੱਚ ਐਲੀਮੈਂਟ ਹੈ ਕਿ ਆਥਰ ਦਾ ਨਾਮ ਕੀ ਹੈ, ਟਾਈਟਲ ਬੁੱਕ ਦਾ ਨਾਮ ਕੀ ਹੈ, ISBN ਨੰਬਰ ਕੀ ਹੈ, ਪਬਲਿਸ਼ਰ ਦਾ ਨਾਮ ਕੀ ਹੈ। ਅਤੇ ਇਹ ਆਪਣੇ ਡਾਟਾ ਐਲੀਮੈਂਟ ਹੋ ਗਏ। ਡਾਟਾ ਸਟਰਕਚਰ ਡਿਫਾਈਨ ਕਰਦਾ ਕਿ ਇਹ ਐਲੀਮੈਂਟ ਕਿਹੜੇ ਗਰੁੱਪ ਨੂੰ ਬਿਲੋਂਗ ਕਰਦੇ ਨੇ। ਡਾਟਾ ਫਲੋ ਆਪਣੇ ਮੋਸ਼ਨ ਦੱਸਦਾ ਹੈ। ਡਾਟਾ ਸਟੋਰ ਦੱਸਦਾ ਹੈ ਕਿ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਕਿੱਥੇ ਜਾ ਕੇ ਸਟੋਰ ਹੋਈ ਹੈ। ਉਹਦਾ ਜਿਵੇਂ ਆਪਣਾ ਬੁੱਕ ਦੀ ਆਪਾਂ ਗੱਲ ਕਰਦੇ ਹਾਂ, ਤਾਂ ਬੁੱਕ ਦਾ ਡਿਟੇਲ ਹੈ, ਐਡੀਸ਼ਨ ਹੈ, ਕੁਆਂਟਿਟੀ ਹੈ, ਕਸਟਮਰ ਡਿਟੇਲ ਹੈ, ਫਲੋ ਅਤੇ ਸਟੋਰ ਦੱਸਦੇ ਆ। ਜਿਵੇਂ ਆਪਾਂ ਦੱਸਦਾ ਕਿ 4th ਐਡੀਸ਼ਨ ਹੈ, 10 ਕਾਪੀਆਂ ਦੀਆਂ ਪਬਲਿਸ਼ ਹੋਈਆਂ ਨੇ ਜਾਂ 100 ਕਾਪੀਆਂ ਦੀਆਂ ਪਬਲਿਸ਼ ਹੋਈਆਂ ਨੇ। ਇਹ ਆਪਣੇ ਡਾਟਾ ਦੀ ਇਨਫੋਰਮੇਸ਼ਨ ਹੁੰਦੀ ਹੈ। ਨੈਕਸਟ ਆਪਣੇ ਕੋਲ ਟੂਲ ਆ ਗਿਆ ਡਿਸੀਜ਼ਨ ਟਰੀ। ਡਿਸੀਜ਼ਨ ਟਰੀ ਦੇ ਵਿੱਚ ਕੀ ਹੁੰਦੇ ਹੈਗੇ ਕਿ ਜਦੋਂ ਆਪਾਂ ਪ੍ਰੋਸੈਸ 'ਤੇ ਫੋਕਸ ਕਰਦੇ ਹਾਂ, ਪ੍ਰੋਸੈਸ ਮਤਲਬ ਕਿ ਪਰਟੀਕੂਲਰ ਆਪਣੇ ਕੋਲੇ ਇੱਕ ਕੰਡੀਸ਼ਨ ਆ ਗਈ, ਅਗਰ ਕੰਡੀਸ਼ਨ ਟਰੂ ਹੈ ਤਾਂ ਆਪਣੇ ਕੋਲ ਡਿਫਰੈਂਟ ਪ੍ਰੋਸੀਜਰ ਹੈ, ਅਗਰ ਆਪਣੇ ਕੋਲ ਕੰਡੀਸ਼ਨ ਫਾਲਸ ਹੈ ਤਾਂ ਆਪਣਾ ਡਿਫਰੈਂਟ ਪ੍ਰੋਸੈਸ ਫੋਲੋ ਕਰਨਾ ਹੈ। ਤਾਂ ਉੱਥੇ ਆਪਾਂ ਨੂੰ ਡਿਜ਼ਾਈਨ ਕਰਨੀ ਪੈਂਦੀ ਹੈ ਡਿਸੀਜ਼ਨ ਟਰੀ। ਡਿਸੀਜ਼ਨ ਟਰੀ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਪਰਟੀਕੂਲਰ ਜਿਹੜਾ ਸਟੈਪ ਹੈ ਉਹਦੇ ਉੱਤੇ ਆਪਾਂ ਕੋਈ ਕੰਡੀਸ਼ਨ ਅਪਲਾਈ ਕੀਤੀ ਹੈ, ਕੰਡੀਸ਼ਨ ਦੇ ਅਕੋਰਡਿੰਗ ਹੀ, ਕੰਡੀਸ਼ਨ ਦੀ ਜਿਹੜੀ ਆਊਟਪੁੱਟ ਆਏਗੀ ਉਸ ਦੇ ਅਕੋਰਡਿੰਗ ਹੀ ਆਪਾਂ ਨੈਕਸਟ ਡਿਸੀਜ਼ਨ ਲੈਣਾ ਹੈ ਕਿ ਕਿਸ ਟਾਈਪ ਨੂੰ ਫਲੋ ਕਰਨਾ ਹੈ। ਫੋਰ ਐਗਜ਼ਾਮਪਲ ਆਪਣੇ ਕੋਲ ਹੈਗਾ ਕਿ ਬੁੱਕ ਸਟੋਰ ਗੈਟਸ ਅ ਟ੍ਰੇਡ ਡਿਸਕਾਊਂਟ 25%। ਜਿਹੜੇ ਬੁੱਕ ਸਟੋਰਸ ਵਾਲੇ ਨੇ ਉਹਨਾਂ ਨੂੰ 25% ਡਿਸਕਾਊਂਟ ਮਿਲੇਗਾ ਜੇ ਉਹ ਲਾਇਬ੍ਰੇਰੀ ਜਾਂ ਇੰਡੀਵਿਜੂਅਲ ਆਰਡਰ ਕਰਦੇ ਨੇ। 5% ਅਲਾਉ ਟੂ ਆਰਡਰ 60 to 19 ਕਾਪੀ ਪਰ ਬੁੱਕ। 6 ਤੋਂ ਲੈ ਕੇ 19 ਤੱਕ ਅਗਰ ਕੋਈ ਕਾਪੀਆਂ ਇਸ਼ੂ ਕਰਦਾ ਹੈਗਾ, ਮਤਲਬ ਵੀ ਆਰਡਰ ਕਰਦਾ ਹੈ, ਤਾਂ ਉਹਨਾਂ ਨੂੰ 5% ਡਿਸਕਾਊਂਟ ਕੀਤਾ ਹੋ ਜਾਊਗਾ। 20 ਤੋਂ ਲੈ ਕੇ 50 ਤੱਕ, ਜਿਹੜੀਆਂ 49 ਤੱਕ ਹੈ, 10% ਆਪਾਂ ਡਿਸਕਾਊਂਟ ਦੇਵਾਂਗੇ। ਅਤੇ ਜੇ 50 ਤੋਂ ਜ਼ਿਆਦਾ ਕਾਪੀਜ਼ ਆਪਾਂ ਨੂੰ ਆਰਡਰ ਕਰਦਾ ਹੈ, ਦੈਨ ਉਹ 15% ਡਿਸਕਾਊਂਟ ਦੇਵਾਂਗੇ। ਦੈਨ ਹੁਣ ਆਪਣੇ ਕੋਲ ਇੱਥੇ ਡਿਸੀਜ਼ਨ ਹੈ, ਆਪਾਂ ਕੰਡੀਸ਼ਨ ਅਪਲਾਈ ਕਰਾਂਗੇ ਕਿ ਕਾਪੀਆਂ, ਨੰਬਰ ਆਫ ਕਾਪੀਜ਼ ਕਿੰਨੀਆਂ ਨੇ,
6 ਤੋਂ 19 ਹੈ, 20 ਤੋਂ 49 ਹੈ ਜਾਂ 50 ਤੋਂ ਉੱਪਰ ਨੇ। ਦੈਨ ਉਹਦੇ ਉੱਤੇ ਡਿਫਰੈਂਟ ਪ੍ਰੋਸੀਜਰ ਹੈ, 5% ਡਿਸਕਾਊਂਟ ਹੈ, 10% ਡਿਸਕਾਊਂਟ ਹੈ, 15% ਡਿਸਕਾਊਂਟ ਹੈ। ਜੇ ਅਗਰ ਬੁੱਕ ਸਟੋਰ ਅਗਰ ਉਹ ਲਾਇਬ੍ਰੇਰੀ ਜਾਂ ਇੰਡੀਵਿਜੂਅਲ ਵਾਸਤੇ, ਦੈਨ ਆਪਾਂ ਕੀ ਕਰਾਂਗੇ 25% ਡਿਸਕਾਊਂਟ ਉਹਨਾਂ ਨੂੰ ਦੇਵਾਂਗੇ। ਇਹ ਹੁਣ ਆਪਣੇ ਕੋਲ ਡਿਸੀਜ਼ਨ ਟਰੀ ਬਣ ਗਿਆ। ਡਿਸਕਾਊਂਟ ਪੋਲਿਸੀ ਹੈ, ਪਹਿਲੀ ਹੈਗੀ ਹੈ ਬੁੱਕ ਸਟੋਰ 6 ਔਰ ਮੋਰ 25%, ਲੈਸ ਦੈਨ 6 ਕੋਈ ਡਿਸਕਾਊਂਟ ਨਹੀਂ ਹੈ। ਲਾਇਬ੍ਰੇਰੀ ਅਤੇ ਇੰਡੀਵਿਜੂਅਲ ਵਾਸਤੇ 50 ਤੋਂ ਜ਼ਿਆਦਾ ਕਾਪੀਆਂ 15% ਡਿਸਕਾਊਂਟ, 20 ਤੋਂ 49 ਰੇਂਜ ਹੈ 10% ਡਿਸਕਾਊਂਟ, 6 ਤੋਂ 19 ਤੱਕ ਹੈ 5% ਡਿਸਕਾਊਂਟ, ਅਤੇ ਲੈਸ ਦੈਨ 6 ਹੈ ਤਾਂ ਕੋਈ ਡਿਸਕਾਊਂਟ ਨਹੀਂ ਹੈ। ਇਹਨੂੰ ਆਪਾਂ ਡਿਸੀਜ਼ਨ ਟਰੀ ਬੋਲਦੇ ਹਾਂ। ਨੈਕਸਟ ਹੈ ਬੇਟਾ ਅਗਲਾ ਟੂਲ ਹੈ ਆਪਣਾ ਸਟਰਕਚਰ ਇੰਗਲਿਸ਼। ਸਟਰਕਚਰ ਇੰਗਲਿਸ਼ ਦੇ ਵਿੱਚ ਕੀ ਹੁੰਦਾ ਹੈਗਾ ਕਿ ਆਪਾਂ ਇੰਗਲਿਸ਼ ਦੇ ਵਿੱਚ ਜਿੱਦਾਂ ਆਪਾਂ ਲਿਖ ਦਿੰਦੇ ਹਾਂ ਐਲਗੋਰਿਦਮ ਲੌਜੀਕਲ ਕੰਸਟਰਕਸ਼ਨ ਹੁੰਦੀ ਹੈ, ਜੋ ਵੀ ਇੰਸਟਰਕਸ਼ਨਸ ਆਪਾਂ ਰਨ ਕਰਨੀਆਂ ਹੁੰਦੀਆਂ ਨੇ। ਮੰਨ ਲਓ ਕਿ ਆਪਣੇ ਕੋਲ ਇਹਦੇ ਵਿੱਚ ਆਪਣੇ ਕੋਲ ਵੋਕੈਬਲਰੀ ਹੁੰਦੀ ਆ, ਆਪਣੇ ਕੋਲ ਵਰਡਸ ਹੁੰਦੇ ਆ, ਆਪਾਂ ਪੂਰੀ ਲਾਈਨ ਲਿਖਣ ਦੀ ਬਜਾਏ ਇੱਕ ਵਰਡ ਦੇ ਨਾਲ ਰਿਪਰੈਜ਼ੈਂਟ ਕਰ ਲੈਂਦੇ ਹਾਂ। ਜੋ ਵੀ ਆਪਾਂ ਲੈਂਗੁਏਜਸ ਕੀਤੀਆਂ ਨੇ ਉਹਦੇ ਵਿੱਚ ਆਪਣੇ ਉਹ ਜਿਹੜੇ ਕੀਵਰਡਸ ਹੁੰਦੇ ਆ, ਉਹ ਕੀਵਰਡਸ ਦੇ ਨਾਲ ਆਪਾਂ ਸਟਰਕਚਰ ਇੰਗਲਿਸ਼ ਰਾਈਟ ਕਰਦੇ ਹਾਂ। ਲਾਈਕ ਇਫ ਕੰਡੀਸ਼ਨ ਹੈ, ਦੈਨ ਡੂ ਦਿਸ, ਐਲਸ ਡੂ ਦਿਸ, ਸੋ ਡੂ ਦਿਸ, ਠੀਕ ਹੈ। ਤਾਂ ਇਹ ਆਪਣੇ ਕੀਵਰਡਸ ਨੇ। ਫੋਰ ਐਗਜ਼ਾਮਪਲ ਆਪਾਂ ਸੇਮ ਜਿਹੜਾ ਉੱਪਰ ਐਗਜ਼ਾਮਪਲ ਕੀਤਾ ਸੀ ਡਾਟਾ ਡਿਕਸ਼ਨਰੀ ਦਾ, ਉਸ ਐਗਜ਼ਾਮਪਲ ਨੂੰ ਆਪਾਂ ਸਟਰਕਚਰ ਇੰਗਲਿਸ਼ ਦੇ ਵਿੱਚ ਕਿੱਦਾਂ ਰਾਈਟ ਕਰਾਂਗੇ। ਇਫ ਆਰਡਰ ਇਜ਼ ਫਰੋਮ ਬੁੱਕ ਸਟੋਰ ਐਂਡ, ਪਹਿਲੀ ਕੰਡੀਸ਼ਨ ਹੈ ਕਿ ਆਰਡਰ ਬੁੱਕ ਸਟੋਰ ਵਿੱਚੋਂ ਹੈ। ਇੱਥੇ ਆਪਾਂ ਕੰਡੀਸ਼ਨ ਲਗਾਏਗੇ ਕਿ ਜੋ ਵੀ ਆਰਡਰ ਕਰਨ ਵਾਲਾ ਪਰਸਨ ਹੈ, ਇਜ਼ ਇਟ ਰਿਲੇਟਡ ਟੂ ਬੁੱਕ ਸਟੋਰ। ਦੈਨ ਕੰਡੀਸ਼ਨ ਦੂਜੀ ਚੈੱਕ ਕਰੋ ਕਿ ਉਹ 6 ਕਾਪੀਜ਼ ਤੋਂ ਜ਼ਿਆਦਾ ਹੈ, 25% ਡਿਸਕਾਊਂਟ। ਐਲਸ ਅਗਰ 6 ਕਾਪੀ ਤੋਂ ਘੱਟ ਹੈ, ਦੈਨ ਨੋ ਡਿਸਕਾਊਂਟ। ਅਗਰ ਇਹਦਾ ਉੱਪਰਲੇ ਦਾ ਐਲਸ ਹੈ ਕਿ ਅਗਰ ਬੁੱਕ ਸਟੋਰ ਤੋਂ ਜਿਹੜਾ ਆਰਡਰ ਨਹੀਂ ਹੋਇਆ, ਆਰਡਰ ਹੋਇਆ ਲਾਇਬ੍ਰੇਰੀ ਜਾਂ ਕਿਸੇ ਇੰਡੀਵਿਜੂਅਲ ਤੋਂ, ਦੈਨ ਆਪਣੇ ਕੋਲ ਅਗਲੀਆਂ ਹੈ ਕੰਡੀਸ਼ਨ ਆਪਾਂ ਚੈੱਕ ਕਰਨੀ ਹੈ। ਪਹਿਲੀ ਕੰਡੀਸ਼ਨ ਕਿ 50 ਕਾਪੀ ਤੋਂ ਜ਼ਿਆਦਾ ਹੈ 15% ਡਿਸਕਾਊਂਟ, 20 ਤੋਂ 49 ਹੈ 10% ਡਿਸਕਾਊਂਟ, ਅਗਰ 6 ਤੋਂ 19 ਹੈ ਦੈਨ 5% ਡਿਸਕਾਊਂਟ, ਅਤੇ ਅਗਰ 6 ਤੋਂ ਘੱਟ ਕਾਪੀਜ਼ ਹੈ ਦੈਨ ਨੋ ਡਿਸਕਾਊਂਟ। ਇਹ ਹੈਗੀ ਆ ਆਪਣੀ ਸਟਰਕਚਰ ਇੰਗਲਿਸ਼ ਆਪਾਂ ਕਿੱਦਾਂ ਲਿਖਦੇ ਹਾਂ। ਨੈਕਸਟ ਹੈ ਡਿਸੀਜ਼ਨ ਟੇਬਲ। ਡਿਸੀਜ਼ਨ ਟੇਬਲ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੀਆਂ ਆਪਾਂ ਕੰਡੀਸ਼ਨਸ ਦੇ ਅਗੇਂਸਟ ਡਿਸੀਜ਼ਨ ਲੈਣਾ ਹੈ, ਉਹਨੂੰ ਆਪਾਂ ਇੱਕ ਟੇਬਲ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ। ਇਹਦੇ ਵਿੱਚ ਜਿਹੜੀਆਂ ਕੰਡੀਸ਼ਨ ਹੈ, ਕੰਡੀਸ਼ਨ ਨਾਲ ਰਿਲੇਟਡ ਕੀ ਐਕਸ਼ਨ ਹੋਏਗਾ, ਹਰ ਇੱਕ ਸਿੰਗਲ ਕੰਡੀਸ਼ਨ ਦੇ ਨਾਲ ਜਿਹੜਾ ਰਿਲੇਟਡ ਐਕਸ਼ਨ ਹੋਏਗਾ ਉਹਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ। ਹਰ ਇੱਕ ਜਿਹੜੀ ਡਿਸੀਜ਼ਨ ਟੇਬਲ ਹੈ 2 ਪਾਰਟ ਦੇ ਵਿੱਚ ਡਿਵਾਈਡ ਹੁੰਦੀ ਹੈ, ਸਟੱਬ ਪਾਰਟ ਅਤੇ ਐਂਟਰੀ ਪਾਰਟ। ਸਟੱਬ ਪਾਰਟ ਤੇ ਜਿਹੜਾ ਤੁਹਾਡਾ ਉੱਪਰ ਵਾਲਾ ਪਾਰਟ ਹੁੰਦਾ ਹੈ, ਇਹਦੇ ਵਿੱਚ ਆਪਾਂ ਕੰਡੀਸ਼ਨਸ ਰਾਈਟ ਕਰਦੇ ਹਾਂ। ਲੋਅਰ ਸਟੱਬ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਆਪਾਂ ਐਕਸ਼ਨਸ ਰਾਈਟ ਕਰਦੇ ਹਾਂ। ਐਂਟਰੀ ਪਾਰਟ ਦੇ ਵਿੱਚ ਕੀ ਹੁੰਦਾ, ਅੱਪਰ ਪਾਰਟ ਦੇ ਵਿੱਚ ਆਪਾਂ ਐਂਟਰੀ ਦੇਖਾਂਗੇ ਵੀ ਕਿਹੜੀ ਕੰਡੀਸ਼ਨ, ਅਤੇ ਲੋਅਰ ਜਿਹੜਾ ਕੁਆਡਰੈਂਟ ਹੈਗਾ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਉਹ ਪਰਟੀਕੂਲਰ ਕੰਡੀਸ਼ਨ ਦੇ ਅਗੇਂਸਟ ਕੀ ਐਕਸ਼ਨ ਹੈ। ਹੁਣ ਆਪਣੇ ਕੋਲ ਇੱਥੇ ਡਿਸੀਜ਼ਨ ਟਰੀ ਹੈ। ਕੰਡੀਸ਼ਨ ਸਟੱਬ ਦੇ ਵਿੱਚ ਆਪਾਂ ਲਿਖਿਆ ਹੋਇਆ ਕੰਡੀਸ਼ਨ ਸਟੱਬ, ਕੰਡੀਸ਼ਨ ਐਂਟਰੀਜ਼। ਕੰਡੀਸ਼ਨ ਸਟੱਬ ਦੇ ਵਿੱਚ ਆਪਾਂ ਉੱਪਰ ਸਾਰੀਆਂ ਕੰਡੀਸ਼ਨਸ ਲਿਖੀਆਂ ਅਤੇ ਨੀਚੇ ਉਹਨਾਂ ਦੇ ਐਕਸ਼ਨਸ ਲਿਖੇ ਹੈ। ਇਹਦੇ ਵਿੱਚੋਂ ਇਹਨਾਂ ਦੀਆਂ ਜਿੰਨੀਆਂ ਕੰਡੀਸ਼ਨਸ ਹੈਗੀਆਂ ਅਤੇ ਉਹਦੇ ਵਿੱਚ ਆਪਾਂ ਐਂਟਰੀ ਲਿਖੀ ਹੈ, ਆਪਣੇ ਕੋਲ 6 ਐਂਟਰੀਜ਼ ਨੇ। ਬੁੱਕ ਸਟੋਰ ਤੋਂ ਹੈ ਯੈਸ, ਡਿਸਕਾਊਂਟ 25%। ਅਤੇ ਦੂਜੀ ਇਹਦੇ ਨਾਲ ਕੰਡੀਸ਼ਨ ਆਪਾਂ ਚੈੱਕ ਕੀਤੀ ਹੈ ਕਿ ਅਗਰ 6 ਤੋਂ ਜ਼ਿਆਦਾ ਕਾਪੀਜ਼ ਨੇ, ਅਗਰ ਇਹ ਦੋਨੋਂ ਕੰਡੀਸ਼ਨ ਸੈਟਿਸਫਾਈ ਹੈ ਦੈਨ ਐਕਸ਼ਨ ਕਿਹੜਾ ਹੈ 25% ਵਾਲਾ। ਅਗਰ ਬੁੱਕ ਸਟੋਰ ਤੋਂ ਹੈ ਬਟ ਕਾਪੀਜ਼ ਨਹੀਂ ਹੈ ਦੈਨ ਡਿਸਕਾਊਂਟ ਕੀ ਹੈ, ਨੋ ਡਿਸਕਾਊਂਟ। ਐਕਸ਼ਨ ਸਟੱਬ, ਐਕਸ਼ਨ ਐਂਟਰੀ। ਕਲੀਅਰ ਹੈ ਜੀ। ਹਰ ਇੱਕ ਐਕਸ਼ਨ ਦੇ ਨਾਲ ਹੁਣ ਦੇਖੋ ਦੂਸਰੀ ਅਗਰ ਆਪਣੇ ਕੋਲ ਤੀਸਰਾ ਸਟੈਪ ਆਪਾਂ ਲੈਣੇ ਕਿ ਬੁੱਕ ਸਟੋਰ ਤੋਂ ਨਹੀਂ ਹੈ, ਕਾਪੀ ਵੀ 6, ਆਰਡਰ ਸਾਈਜ਼ ਕਾਪੀ ਮੋਰ ਦੈਨ ਨਹੀਂ ਹੈ, ਅਤੇ ਬੰਦਾ ਲਾਇਬ੍ਰੇਰੀਅਨ ਹੈ, ਅਤੇ 50 ਤੋਂ ਜ਼ਿਆਦਾ ਕਾਪੀ ਹੈ, 50 ਤੋਂ ਜ਼ਿਆਦਾ ਕਾਪੀਆਂ ਨੇ, ਅਤੇ 15% ਡਿਸਕਾਊਂਟ ਵਾਲਾ ਐਕਸ਼ਨ ਪਰਫੋਰਮ ਹੋਏਗਾ। ਇਸ ਤਰੀਕੇ ਦੇ ਨਾਲ ਆਪਾਂ ਆਪਣੀ ਡਿਸੀਜ਼ਨ ਟਰੀ ਬਣਾ ਸਕਦੇ ਹਾਂ ਜਿੰਨੇ ਆਪਣੇ ਕੋਲੇ ਐਕਸ਼ਨਸ ਨੇ। ਇਹ ਸੀ ਬੇਟਾ ਟੂਲਸ ਆਫ ਸਟਰਕਚਰ ਡਿਜ਼ਾਈਨ, ਸਟਰਕਚਰ ਅਨਾਲਿਸਿਸ ਦੇ ਟੂਲ। ਕਿ ਜਦੋਂ ਆਪਾਂ ਡਿਜ਼ਾਈਨ ਕਰਦੇ ਹਾਂ ਤਾਂ ਆਪਣੇ ਕੋਲੇ ਟੂਲ ਹੁੰਦੇ ਹੈ ਕਿ ਆਪਾਂ ਫਲੋ ਚਾਰਟ ਬਣਾ ਸਕਦੇ, ਡਾਟਾ ਫਲੋ ਡਾਇਗਰਾਮ, ਡਾਟਾ ਡਿਕਸ਼ਨਰੀ ਬਣਾ ਸਕਦੇ ਹਾਂ, ਡਿਸੀਜ਼ਨ ਟਰੀ ਬਣਾ ਸਕਦੇ ਹਾਂ, ਡਿਸੀਜ਼ਨ ਟੇਬਲ ਬਣਾ ਸਕਦੇ ਹਾਂ, ਸਟਰਕਚਰ ਇੰਗਲਿਸ਼ ਯਾਨੀ ਐਲਗੋਰਿਦਮ ਦੇ ਵਿੱਚ ਵੀ ਉਹਨੂੰ ਰਾਈਟ ਕਰ ਸਕਦੇ ਹਾਂ। ਇਹਨਾਂ ਟੂਲਸ ਦੇ ਨਾਲ ਆਪਾਂ ਇੱਕ ਪ੍ਰੋਪਰ ਸਟਰਕਚਰ ਆਪਣਾ ਜਿਹੜਾ ਹੈ ਸਿਸਟਮ ਦਾ ਫਲੋ ਹੈ, ਉਹਦੇ ਵਿੱਚ ਕਿੱਦਾਂ ਦੇ ਲੂਪਸ ਨੇ, ਕਿੱਦਾਂ ਦੀ ਕੰਡੀਸ਼ਨਸ ਨੇ, ਹਰ ਇੱਕ ਚੀਜ਼ ਨੂੰ ਸਪੈਸੀਫਾਈ ਕਰ ਸਕਦੇ ਹਾਂ। ਅਤੇ ਇਹਦੇ ਨਾਲ ਜਿਹੜਾ ਹੈਗਾ
ਅੰਡਰਸਟੈਂਡੇਬਿਲਟੀ ਬਹੁਤ ਜ਼ਿਆਦਾ ਇੰਪਰੂਵ ਹੋ ਜਾਂਦੀ ਹੈ, ਸਿਸਟਮ ਨੂੰ ਸਮਝਣਾ ਯੂਜ਼ਰ ਦੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਹੈ, ਅਤੇ ਜਿਹੜਾ ਸਿਸਟਮ ਐਨਾਲਿਸਿਸ ਉਹਨੂੰ ਐਕਸਪਲੇਨ ਕਰਨੀਆਂ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਈਜ਼ੀ ਹੋ ਜਾਂਦੀਆਂ ਨੇ। ਇਹਨਾਂ ਰੀਜ਼ਨਸ ਕਰਕੇ ਆਪਾਂ ਇਹਨਾਂ ਟੂਲਸ ਨੂੰ ਫੋਲੋ ਕਰਦੇ ਹਾਂ, ਯਾਨੀ ਰਿਕੁਆਇਰਮੈਂਟ ਕਲੈਕਟ ਕਰਨ ਤੋਂ ਬਾਅਦ ਇਹਨਾਂ ਟੂਲਸ ਦੇ ਰਾਹੀਂ ਆਪਾਂ ਆਪਣਾ ਇੱਕ ਡਿਜ਼ਾਈਨ ਤਿਆਰ ਕਰ ਦਿੰਦੇ ਹਾਂ। ਅਗਰ ਵਿੱਚ ਕੋਈ ਪ੍ਰੋਬਲਮ ਹੈ ਦੈਨ ਤੁਸੀਂ ਮੈਨੂੰ WhatsApp ਨੰਬਰ ਦੇ ਉੱਤੇ ਮੈਸੇਜ ਸੈਂਡ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ।